ਹੈਲੋ ਦੋਸਤੋ, ਪੰਜਾਬੀ ਦੀ ਕਲਾਸ ਦੇ ਵਿੱਚ ਸਵਾਗਤ ਹੈ ਤੁਹਾਡਾ। ਤਾਂ ਅੱਜ ਆਪਾਂ ਕਰਨ ਜਾ ਰਹੇ ਹਾਂ ਪਾਰਟ 21 ਵਾਕ ਬੋਧ ਦਾ ਦੂਸਰਾ ਪਾਰਟ ਹੈ। ਤਾਂ ਇਹ ਆਈ ਥਿੰਕ ਮੈਂ ਇਹ ਨਹੀਂ ਚਾਹੁੰਦਾ ਕਿ ਇਕੱਠਾ ਆਪਾਂ ਜ਼ਿਆਦਾ ਮਿਕਸ ਕਰ ਦਈਏ ਸਾਰਾ ਕੁਝ, ਤਾਂ ਇਹ ਨੈਕਸਟ 2 ਡੇਜ਼ ਹੋਰ ਚੱਲੇਗਾ। ਠੀਕ ਹੈ, ਮਤਲਬ ਇਹ ਤੀਸਰਾ ਅਤੇ ਚੌਥਾ ਪਾਰਟ ਇਹਦਾ ਵੀ ਆਊਗਾ। ਤਾਂ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸ ਦਿਓ ਕਿ ਤੁਹਾਨੂੰ ਤੀਸਰਾ ਚੌਥਾ ਪਾਰਟ ਚਾਹੀਦਾ ਕਿ ਇਕੱਲਾ ਤੀਸਰਾ ਪਾਰਟ ਚਾਹੀਦਾ। ਉਹਦੇ ਵਿੱਚ ਫਿਰ ਮਿਕਸ ਕਰ ਦਈਏ ਸਾਰਾ ਕੁਝ। ਮੈਂ ਇਹ ਚਾਹੁੰਦਾ ਕਿ ਤੁਹਾਨੂੰ ਸਿੰਪਲ ਅਤੇ ਸੌਖੇ ਤਰੀਕੇ ਨਾਲ ਸਮਝਾਇਆ ਜਾ ਸਕੇ, ਭਲਾਂ ਦੀ 10-10 15-15 ਮਿੰਟ ਦੀ ਵੀਡੀਓ ਬਣੇ। ਤਾਂ ਕਰਕੇ ਹੁਣ ਆਪਾਂ ਇੱਕ ਤੀਸਰੇ ਪਾਰਟ ਦੇ ਵਿੱਚ ਕਰਾਂਗੇ ਕਿ ਇਹਦੇ ਵਿੱਚ ਵਾਕਾਂਸ਼ ਅਤੇ ਉਪਵਾਕ ਕਿਵੇਂ ਵਰਤੇ ਜਾਂਦੇ ਆ ਵਾਕ ਬੋਧ ਦੇ ਵਿੱਚ, ਅਤੇ ਚੌਥੇ ਪਾਰਟ ਦੇ ਵਿੱਚ ਇਹਦੇ ਨਿਯਮ ਕਰਾਂਗੇ। ਠੀਕ ਹੈ, ਆਹ 2 ਜਿਹੜੇ ਇਹਦੇ ਟੋਪਿਕ ਰਹਿ ਗਏ ਅੱਗੋਂ। ਤਾਂ ਅੱਜ ਵਾਲੇ ਟੋਪਿਕ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਇਹਦੇ ਵਿੱਚ ਪ੍ਰਯੋਗ ਕਿਵੇਂ ਕੀਤੇ ਜਾਂਦੇ ਆ, ਨਾਂਵ ਪੜ੍ਹਨਾਂਵ ਕਿਰਿਆ ਵਿਸ਼ੇਸ਼ਣ ਯੋਜਕ ਸੰਬੰਧਕ, ਇਹਨਾਂ ਚੀਜ਼ਾਂ ਬਾਰੇ ਡਿਸਕਸ ਕਰਾਂਗੇ। ਥੋੜ੍ਹਾ ਜਿਹਾ ਛੋਟਾ ਟੋਪਿਕ ਕਹਿ ਲਓ ਪਰ ਵੈਲਿਊਏਬਲ ਟੋਪਿਕ ਹੈ। ਤਾਂ ਇਹਦੇ ਵਿੱਚ ਪੂਰੇ ਡਿਟੇਲ ਦੇ ਨਾਲ ਡਿਸਕਸ ਕਰਾਂਗੇ, ਐਗਜ਼ਾਮਪਲਸ ਵੀ ਦੇਵਾਂਗੇ। ਤਾਂ ਆਪਾਂ ਸ਼ੁਰੂ ਕਰਦੇ ਹਾਂ। ਪਿਛਲੀਆਂ ਵੀਡੀਓ ਜਿਨ੍ਹਾਂ ਨੇ ਨਹੀਂ ਦੇਖੀਆਂ ਦੇਖ ਲਓ ਜਾ ਕੇ। ਤਾਂ ਮੈਂ ਬਸ ਮੰਨ ਕੇ ਚਲੋ 4 ਪਾਰਟ ਇਹਦੇ ਪੂਰੇ ਕਰਕੇ ਤਾਂ 5ਵੇਂ ਵਿੱਚ ਆਪਾਂ ਟੈਸਟ ਲਵਾਂਗੇ। ਠੀਕ ਹੈ, ਤਾਂ 4 ਪਾਰਟ ਧਿਆਨ ਨਾਲ ਦੇਖ ਲਿਓ ਸਾਰੇ ਬੱਚੇ। ਇਹ ਨਾ ਸੋਚੋ ਕਿ ਸਰ ਇਹ ਥਿਊਰੀ ਹੈ ਆਉਂਦੇ ਹੈ ਅਸੀਂ ਨਹੀਂ ਦੇਖਣੇ। ਤਾਂ ਆਪਾਂ ਜ਼ਿਆਦਾ ਸਮਾਂ ਨਹੀਂ ਲਵਾਂਗੇ, ਮੈਕਸੀਮਮ ਅੱਜ ਦਾ ਹੋਊਗਾ ਆਪਣਾ 15 ਮਿੰਟ ਦੇ ਆਸ-ਪਾਸ। ਠੀਕ ਹੈ, ਤਾਂ ਚਲੋ ਆਪਾਂ ਸ਼ੁਰੂ ਕਰਦੇ ਹਾਂ। ਇਹਦੇ ਵਿੱਚ ਆਪਣੇ ਕੋਲ ਕੀ ਹੈ, ਪਹਿਲਾਂ ਆਪਾਂ ਕੀ ਕਰਨਾ ਹੈ, ਵਾਕਾਂ ਵਿੱਚ ਨਾਂਵ ਅਤੇ ਪੜ੍ਹਨਾਂਵ ਕਿਵੇਂ ਵਰਤੇ ਜਾਂਦੇ ਅਤੇ ਕਿੱਥੇ ਵਰਤੇ ਜਾਂਦੇ ਆ। ਫਸਟ ਆਪਣੇ ਕੋਲ ਹੈਗਾ ਵਾਕ ਵਿੱਚ ਨਾਂਵ ਅਤੇ ਪੜ੍ਹਨਾਂਵ ਮੁੱਖ ਹਨ। ਠੀਕ ਹੈ, ਨਾਂਵ ਅਤੇ ਪੜ੍ਹਨਾਂਵ ਬਿਨਾਂ ਤਾਂ ਆਪਣਾ ਵਾਕ ਹੀ ਬਣ ਨਹੀਂ ਸਕਦਾ ਇਹਦੇ ਵਿੱਚ, ਕਿਉਂਕਿ ਕਿਸੇ ਨਾ ਕਿਸੇ ਦੀ ਤਾਂ ਆਪਾਂ ਗੱਲ ਕਰਾਂਗੇ, ਆਪਣੀ ਹੋਵੇ, ਕਿਸੇ ਦੀ ਹੋਵੇ, ਜਾਂ ਤੀਸਰੇ ਪਰਸਨ ਦੀ ਹੋਵੇ, ਜਾਂ ਕਿਸੇ ਸਾਹਮਣੇ ਵਾਲੇ ਦੀ ਹੋਵੇ। ਨੈਕਸਟ ਹੈ ਕਿਸੇ ਵਾਕ ਵਿੱਚ ਨਾਂਵ ਇੱਕ ਤੋਂ ਵੱਧ ਵੀ ਹੋ ਸਕਦੇ ਆ, ਜਿਵੇਂ ਕਿ ਰਾਮ ਮੋਹਨ ਪੱਕੇ ਦੋਸਤ ਹੈ ਤਾਂ ਰਾਮ ਅਤੇ ਮੋਹਨ ਨਾਂਵ 2 ਹੋ ਗਏ। ਤਾਂ ਨੈਕਸਟ ਆਪਣੇ ਕੋਲ ਪੜ੍ਹਨਾਂਵ ਦੀ ਵਰਤੋਂ ਨਾਂਵ ਦੇ ਥਾਂ 'ਤੇ ਕੀਤੀ ਜਾਂਦੀ ਹੈ। ਤਾਂ ਸਭ ਨੂੰ ਪਤਾ ਹੈ ਕਿ ਜੇ ਕਹਿ ਲਓ ਰਾਮ ਖੇਡ ਰਿਹਾ ਸੀ ਅਤੇ ਉਹ ਸ਼ਾਮ ਨੂੰ ਘਰੇ ਆਏਗਾ। ਰਾਮ ਖੇਡ ਰਿਹਾ ਸੀ ਅਤੇ ਰਾਮ ਦੀ ਜਗ੍ਹਾ 'ਤੇ ਕੀ ਯੂਜ਼ ਹੋ ਗਿਆ, ਉਹ ਆਪਣੇ ਕੋਲ ਕੀ ਹੋ ਗਿਆ, ਪੜ੍ਹਨਾਂਵ। ਠੀਕ ਹੈ, ਤਾਂ ਨੈਕਸਟ ਆਪਣੇ ਕੋਲ ਪੜ੍ਹਨਾਂਵ ਦੀ ਵਰਤੋਂ ਨਾਂਵ ਦੇ ਦੁਹਰਾਓ ਨੂੰ ਰੋਕਣ ਲਈ ਕੀਤੀ ਜਾਂਦੀ ਹੈ। ਇਹ ਮੋਸਟ ਇੰਪੋਰਟੈਂਟ ਕੁਐਸਚਨ ਹੈ। ਤਾਂ ਇਹਦੇ ਵਿੱਚ ਪੁੱਛਿਆ ਜਾ ਸਕਦਾ ਕਿ ਪੜ੍ਹਨਾਂਵ ਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ। ਇਹਦੇ ਵਿੱਚ ਕੀ ਆਊਗਾ, ਨਾਂਵ ਦੇ ਦੁਹਰਾਓ ਨੂੰ ਰੋਕਣ ਲਈ, ਮਤਲਬ ਆਪਾਂ ਦੁਬਾਰਾ ਨਾਮ ਨਹੀਂ ਰਿਪੀਟ ਕਰਨਾ। ਠੀਕ ਹੈ, ਹੁਣ ਜਿਵੇਂ ਰਾਮ ਖੇਡ ਰਿਹਾ, ਰਾਮ ਸ਼ਾਮ ਨੂੰ ਘਰੇ ਆਏਗਾ, ਰਾਮ ਸ਼ਾਮ ਨੂੰ ਆ ਕੇ ਰੋਟੀ ਖਾਏਗਾ, ਰਾਮ ਸਵੇਰੇ ਉੱਠ ਕੇ ਸਕੂਲ ਜਾਏਗਾ, ਨਹੀਂ। ਇੱਕ ਵਾਰੀ ਨਾਮ ਯੂਜ਼ ਕੀਤਾ, ਫਿਰ ਉਹਦੀ ਜਗ੍ਹਾ ਕੀ ਯੂਜ਼ ਕੀਤਾ, ਪੜ੍ਹਨਾਂਵ। ਨੈਕਸਟ ਇਹਦੀਆਂ ਕੁਛ ਕੁ ਉਦਾਹਰਨਾਂ ਦੇਖ ਲਓ। ਹੁਣ ਪੰਛੀ ਚੋਗਾ ਚੁਗ ਰਹੇ ਹਨ, ਉਹ ਛੇਤੀ ਹੀ ਉੱਡ ਜਾਣਗੇ। ਇੱਥੋਂ ਸਾਰਿਆਂ ਨੂੰ ਕੰਪਲੀਟਲੀ ਕਲੀਅਰ ਹੋ ਗਿਆ ਹੋਣਾ ਕਿ ਪੰਛੀਆਂ ਦੇ ਵਿੱਚ ਕੀ ਹੈ, ਆਪਣੇ ਕੋਲ ਨਾਂਵ ਹੈ ਅਤੇ ਉਹ ਗੱਲ ਪੰਛੀਆਂ ਦੀ ਹੋ ਰਹੀ ਹੈ, ਪਰ ਉੱਥੇ ਦੁਹਰਾਉਣ ਤੋਂ ਬਿਨਾਂ ਆਪਾਂ ਕਾਹਦੀ ਗੱਲ ਕਰ ਲਈ, ਪੜ੍ਹਨਾਂਵ ਦੀ। ਠੀਕ ਹੈ, ਇਹ ਸੀ ਆਪਣਾ ਕੰਸੈਪਟ ਕਿ ਆਪਾਂ ਨਾਂਵ ਅਤੇ ਪੜ੍ਹਨਾਂਵ ਨੂੰ ਵਾਕ ਦੇ ਵਿੱਚ ਕਿਵੇਂ ਵਰਤੋਂ 'ਚ ਲਿਆਉਣਾ। ਤਾਂ ਨੈਕਸਟ ਆਪਣੇ ਕੋਲ ਹੈਗਾ ਵਾਕ ਵਿੱਚ ਵਿਸ਼ੇਸ਼ਣ ਕਿਵੇਂ ਵਰਤੇ ਜਾਂਦੇ ਆ। ਠੀਕ ਹੈ, ਵਾਕ ਵਿੱਚ ਵਿਸ਼ੇਸ਼ਣ ਆਪਣੇ ਕੋਲ ਆ ਗਿਆ। ਵਾਕ ਵਿੱਚ ਵਿਸ਼ੇਸ਼ਣ ਦੀ ਵਰਤੋਂ ਨਾਂਵ ਤੋਂ ਪਹਿਲਾਂ ਜਾਂ ਪਿੱਛੋਂ ਹੁੰਦੀ ਹੈ। ਠੀਕ ਹੈ, ਨਾਂਵ ਤੋਂ ਪਹਿਲਾਂ ਜਾਂ ਪਿੱਛੋਂ ਹੁੰਦੀ ਹੈ, ਮਤਲਬ ਆਪਾਂ ਇਹਨੂੰ ਇਹ ਨਹੀਂ ਫਿਕਸ ਨਹੀਂ ਕਹਿ ਸਕਦੇ ਕਿ ਤੁਹਾਡੇ ਤੋਂ ਕੋਈ ਪੁੱਛ ਲੇ ਕਿ ਵਰਤੋਂ ਕਿੱਥੇ ਹੁੰਦੀ ਹੈ ਤਾਂ ਇਹ ਨਹੀਂ ਕਿ ਇੱਕ ਇਹਦਾ ਪ੍ਰੋਪਰ ਆਨਸਰ ਹੋਊਗੀ ਪਹਿਲਾਂ ਹੀ ਹੋਊਗੀ ਜਾਂ ਬਾਅਦ 'ਚੋਂ। ਦੋਵੇਂ ਟਾਈਪ 'ਤੇ ਹੋ ਸਕਦੀ ਹੈ, ਤਾਂ ਆਨਸਰ ਇਹ ਹੋ ਸਕਦਾ ਕਿ ਦੋਵੇਂ ਤਰੀਕਿਆਂ ਨਾਲ। ਨੈਕਸਟ ਹੈ ਇਹਨਾਂ ਦੀ ਵਰਤੋਂ ਨਾਲ ਵਾਕ ਵਿੱਚ ਕੀ ਆਉਂਦਾ, ਵਿਸਥਾਰ ਆਉਂਦਾ। ਜਦੋਂ ਵਿਸ਼ੇਸ਼ਤਾ ਦੱਸੀ ਜਾਂਦੀ ਹੈ, ਵਿਸ਼ੇਸ਼ਣ ਦੱਸਿਆ ਜਾਂਦਾ ਕਿਸੇ ਚੀਜ਼ ਦਾ, ਤਾਂ ਉਹਦੇ ਵਿੱਚ ਕੀ ਹੈ ਕਿ ਇਹਦਾ ਵਿਸਥਾਰ ਹੋ ਜਾਂਦਾ ਵਾਕ ਦਾ। ਕਿਵੇਂ ਉਹ ਆਪਾਂ ਅੱਗੇ ਗੱਲ ਕਰਦੇ ਹਾਂ। ਵਾਕ ਵਿੱਚ ਇਹ ਨਾਂਵ ਸ਼ਬਦਾਂ ਦੀ ਵਿਸ਼ੇਸ਼ਤਾ ਦੱਸਦੇ ਆ। ਪੁੱਛਿਆ ਜਾ ਸਕਦਾ ਕਿ ਵਿਸ਼ੇਸ਼ਤਾ ਜਿਹੜਾ ਵਿਸ਼ੇਸ਼ਣ ਦਾ ਕੰਮ ਕੀ ਹੁੰਦਾ, ਤਾਂ ਉੱਥੇ ਆਪਣੇ ਕੋਲ ਕੁਐਸਚਨ ਬਣ ਕੇ ਆਊਗਾ ਕਿ ਵਿਸ਼ੇਸ਼ਣ ਦਾ ਕੰਮ ਦੱਸੋ। ਪੜ੍ਹਨਾਂਵ ਦੀ ਵਿਸ਼ੇਸ਼ਤਾ ਦੱਸਣਾ, ਨਾਂਵ ਦੀ ਵਿਸ਼ੇਸ਼ਤਾ ਦੱਸਣਾ, ਅਤੇ ਜਾਂ ਆਪਣੇ ਕੋਲ ਕਰਤਾ ਦੀ ਵਿਸ਼ੇਸ਼ਤਾ ਦੱਸਣਾ। ਕਿਸੇ ਵੀ ਟਾਈਪ ਨਾਲ ਤੁਹਾਡੇ ਤੋਂ ਆਪਸ਼ਨਾਂ ਪੁੱਛੀਆਂ ਜਾ ਸਕਦੀਆਂ, ਤਾਂ ਉੱਥੇ ਆਪਣੇ ਕੋਲ ਆਨਸਰ ਕੀ ਆਊਗਾ, ਨਾਂਵ ਸ਼ਬਦਾਂ ਦੀ ਵਿਸ਼ੇਸ਼ਤਾ ਦੱਸਦੇ ਆ। ਠੀਕ ਹੈ, ਨੈਕਸਟ ਆਪਣੇ ਕੋਲ ਦੇਖੋ, ਸਿਆਣੇ ਬੱਚੇ ਨੂੰ ਸਾਰੇ ਪਸੰਦ ਕਰਦੇ ਹਨ। ਮੈਨੂੰ 2 ਕਿਲੋ ਦੁੱਧ ਚਾਹੀਦਾ ਹੈ। ਚਿੱਟਾ ਘੋੜਾ ਮੈਦਾਨ ਵਿੱਚ ਘੁੰਮ ਰਿਹਾ ਹੈ। ਅਤੇ ਇਹਦੇ ਵਿੱਚ ਆਪਣੇ ਕੋਲ ਕੀ ਹੈ, ਸਿਆਣੇ ਆ ਗਿਆ। ਠੀਕ ਹੈ, ਅਤੇ 2 ਕਿਲੋ ਇਹ ਕੀ ਹੈ, ਵਿਸ਼ੇਸ਼ਣ ਹੈ। ਤਾਂ ਹੁਣ ਇਹਦੇ ਵਿੱਚ ਤੁਸੀਂ ਮੈਨੂੰ ਆਨਸਰ ਦੇਣਾ ਕਿ ਇਹਦੇ ਵਿੱਚੋਂ ਆਪਣੇ ਕੋਲ ਵਿਸ਼ੇਸ਼ਣ ਕਿਹੜਾ, ਕਮੈਂਟ ਕਰਕੇ ਦੱਸਣਾ। ਇਹ ਮੈਂ ਤੁਹਾਨੂੰ ਕੱਲ੍ਹ ਮੌਕ ਟੈਸਟ ਦੇ ਵਿੱਚ ਦੱਸੂਗਾ ਕਿ ਸਾਰੇ ਬੱਚਿਆਂ ਦਾ ਸਹੀ ਸੀ ਕਿ ਗਲਤ ਸੀ। ਵੈਸੇ ਸਹੀ ਹੋਣਾ ਚਾਹੀਦਾ ਸਾਰਿਆਂ ਦਾ। ਤਾਂ ਇਹਦੇ ਵਿੱਚ ਕੀ ਹੈ, ਇਹ ਨਾਂਵ ਸ਼ਬਦ ਦੀ ਵਿਸ਼ੇਸ਼ਤਾ ਦੱਸ ਰਿਹਾ। ਦੇਖੋ ਬੱਚੇ ਦੀ ਵਿਸ਼ੇਸ਼ਤਾ ਕੀ ਦੱਸ ਰਹੀ ਹੈ ਕਿ ਉਹ ਸਿਆਣਾ ਹੈ, ਮਤਲਬ ਬੱਚਾ ਵੀ ਨਾਂਵ ਹੋ ਗਿਆ ਆਪਣੇ ਕੋਲ ਇੱਥੇ, ਅਤੇ ਉਹ ਕੀ ਦੱਸ ਰਿਹਾ ਕਿ ਬੱਚਾ ਸਿਆਣਾ ਹੈ। ਨਾਂਵ ਦੀ ਵਿਸ਼ੇਸ਼ਤਾ ਦੱਸ ਰਹੀ ਹੈ। ਤਾਂ ਇਹਦੇ ਵਿੱਚ ਕੀ ਹੈ, ਮੈਨੂੰ 2 ਕਿਲੋ ਆਟਾ ਚਾਹੀਦਾ, ਉਹ 2 ਕਿਲੋ ਦੁੱਧ ਚਾਹੀਦਾ। ਠੀਕ ਹੈ, ਤਾਂ ਇਹਦੇ ਵਿੱਚ ਕੀ ਹੈ, ਮੈਨੂੰ ਦੁੱਧ ਦੀ ਜਿਹੜੀ ਕਹਿ ਲਓ ਕਿ ਉਹ ਵਿਸ਼ੇਸ਼ਤਾ ਕਹਿ ਲਓ ਜਾਂ ਵਿਸ਼ੇਸ਼ਤਾ ਦੱਸ ਰਿਹਾ। ਕਲੀਅਰ ਹੈ ਸਾਰਿਆਂ ਨੂੰ। 2 ਕਿਲੋ ਹੋ ਗਿਆ ਆਪਣੇ ਕੋਲ ਸ਼ਬਦ ਵਿਸ਼ੇਸ਼ਣ ਵਜੋਂ ਯੂਜ਼ ਕੀਤਾ ਜਾ ਰਿਹਾ। ਤਾਂ ਹੁਣ ਇਹਦੇ ਵਿੱਚ ਮੈਨੂੰ ਦੱਸਣਾ ਕਿ ਚਿੱਟਾ ਘੋੜਾ ਮੈਦਾਨ ਵਿੱਚ ਘੁੰਮ ਰਿਹਾ, ਵਿਸ਼ੇਸ਼ਣ ਕਿਹੜਾ ਆਏਗਾ। ਤਾਂ ਨੈਕਸਟ
ਵੈਰੀ ਗੁੱਡ ਜਿਹੜੇ ਬੱਚੇ ਹੁਣ ਦੱਸ ਰਹੇ, ਆਈ ਨੋ ਕਿ ਸਾਰੇ ਬੱਚੇ ਕਮੈਂਟ ਕਰਨ ਲੱਗ ਗਏ ਹੋਣਗੇ। ਇਹਦੇ ਵਿੱਚ ਅੱਗੋਂ ਕੀ ਹੈ, ਵਾਕ ਵਿੱਚ ਕਿਰਿਆ ਕਿਵੇਂ ਵਰਤੀ ਜਾਂਦੀ ਹੈ ਤਾਂ ਕੀ ਇਹਦਾ ਯੂਜ਼ ਆ ਆਪਣੇ ਕੋਲੇ। ਕਿਰਿਆ ਰੂਪ ਵਾਕ ਦੇ ਅੰਤ ਵਿੱਚ ਆਉਂਦਾ। ਮੋਸਟ ਇੰਪੋਰਟੈਂਟ ਕਹਿ ਲਓ, ਪੁੱਛਿਆ ਜਾ ਸਕਦਾ ਕਿ ਕਿਰਿਆ ਰੂਪ ਹੈ ਜਿਹੜਾ ਵਾਕ ਦੇ ਕਿੱਥੇ ਆਉਂਦਾ, ਸ਼ੁਰੂ ਵਿੱਚ ਆਉਂਦਾ, ਅੰਤ ਵਿੱਚ ਆਉਂਦਾ, ਤਾਂ ਆਨਸਰ ਆਊਗਾ ਅੰਤ ਵਿੱਚ ਆਉਂਦਾ। ਇਹਨਾਂ ਕਿਰਿਆ ਰੂਪਾਂ ਨੂੰ ਕਿਰਿਆ ਵਾਕਾਂਸ਼ ਵੀ ਕਿਹਾ ਜਾਂਦਾ। ਜਿਹੜੇ ਕਿਰਿਆ ਰੂਪ ਹੈ, ਠੀਕ ਹੈ, ਇਹਨਾਂ ਨੂੰ ਹੋਰ ਕਿਹੜੇ ਨਾਮਾਂ ਨਾਲ ਜਾਣਿਆ ਜਾਂਦਾ, ਉਹ ਆਊਗਾ ਆਪਣੇ ਕੋਲ ਕਿਰਿਆ ਵਾਕਾਂਸ਼। ਕਲੀਅਰ ਹੈ। ਜਿਹੜੇ ਕਿਰਿਆ ਰੂਪ ਹੈ, ਕਿਰਿਆ ਦੀ ਨਹੀਂ, ਕਿਰਿਆ ਰੂਪਾਂ ਦੀ ਗੱਲ ਕੀਤੀ ਜਾ ਰਹੀ ਹੈ ਇੱਥੇ। ਕਿਤੇ ਕਨਫਿਊਜ਼ ਹੋ ਸਰ ਤੁਸੀਂ ਤਾਂ ਕਿਰਿਆ ਦੀ ਗੱਲ ਕਰ ਰਹੇ, ਨਹੀਂ, ਕਿਰਿਆ ਰੂਪਾਂ ਦੀ ਗੱਲ ਕੀਤੀ ਜਾ ਰਹੀ ਹੈ ਕਿ ਕਿਰਿਆ ਰੂਪਾਂ ਨੂੰ ਦੂਸਰੇ ਨਾਮ ਨਾਲ ਕਿਹੜੇ ਨਾਲ ਜਾਣਿਆ ਜਾਂਦਾ, ਕਿਰਿਆ ਵਾਕਾਂਸ਼। ਵਾਕਾਂਸ਼ ਤਾਂ ਕਿਸੇ ਨੂੰ ਭੁੱਲਣਾ ਨਹੀਂ ਚਾਹੀਦਾ, ਮੈਂ ਘੱਟੋ ਘੱਟ ਨਹੀਂ ਤਾਂ 5 ਤੋਂ 8 ਵਾਰੀ ਦੱਸ ਚੁੱਕਿਆ ਹੋਊਗਾ। ਨੈਕਸਟ ਹੈ ਇਹ ਕਿਰਿਆ ਵਾਕਾਂਸ਼ ਮੁੱਖ ਕਿਰਿਆ, ਸੰਚਾਲਕ ਕਿਰਿਆ ਅਤੇ ਸਹਾਇਕ ਕਿਰਿਆ ਕਾਲਬੋਧਕ ਅੰਸ਼ ਦੀ ਭੂਮਿਕਾ ਨਿਭਾਉਂਦੇ ਹਨ। ਕਿਵੇਂ? ਦੇਖੋ, ਇਹ ਜਿਹੜੇ ਸਾਰੇ ਹੈ ਭਲਾਂ ਦੀ ਉਹ ਕਿਰਿਆ ਵਾਕਾਂਸ਼ ਹੋਵੇ, ਕਿਰਿਆ ਰੂਪ ਹੋਵੇ, ਮੁੱਖ ਕਿਰਿਆ ਹੋਵੇ, ਠੀਕ ਹੈ, ਸੰਚਾਲਕ ਕਰਦੀ, ਸੰਚਾਲਨ ਕਰਦੀ ਕਿਰਿਆ ਹੋਵੇ, ਕੋਈ ਸਹਾਇਕ ਕਿਰਿਆ, ਸਹਾਇਤਾ ਕਰਨ ਵਾਲੀ ਕਿਰਿਆ ਨਾਲ ਲਾਈ ਹੋਵੇ, ਤਾਂ ਉਹ ਕੀ ਕਰਦੇ ਆ, ਕਾਲਬੋਧਕ ਅੰਸ਼ ਦੀ ਭੂਮਿਕਾ ਨਿਭਾਉਂਦੇ ਆ। ਕਾਲਬੋਧਕ ਅੰਸ਼ ਕਿਹੜੇ ਹੁੰਦੇ ਆ? ਜਿਹੜੇ ਦੱਸਣ ਕਿਰਿਆ ਰਾਹੀਂ ਦੱਸਣ ਕਿ ਇਹਨਾਂ ਦਾ ਕਾਲ ਕੀ ਹੈ, ਮਤਲਬ ਕਹਿੰਦਾ ਕਿ ਕਿਰਿਆ ਦਾ ਕਾਲ ਦੱਸਣ। ਕਿਵੇਂ? ਦੇਖੋ, ਬੱਚਾ, ਤੁਹਾਨੂੰ ਮੈਂ ਹੁਣੇ ਐਗਜ਼ਾਮਪਲ ਦੇ ਦੇਣਾ, ਐਗਜ਼ਾਮਪਲ ਇੱਕ ਅੱਗੇ ਹੋਰ ਵੀ ਦੇ ਦੂੰਗਾ, ਉੱਪਰ ਲਿਖ ਦੇਣਾ, ਬੱਚਾ ਖੇਡ ਰਿਹਾ ਹੈ, ਠੀਕ ਹੈ। ਕਿਰਿਆ ਕੀ ਹੈ? ਕਿਰਿਆ ਖੇਡਣਾ, ਖੇਡ ਰਿਹਾ, ਇਹ ਕਿਰਿਆ ਹੋ ਗਈ। ਤਾਂ ਇਹਦੇ ਵਿੱਚ ਆਪਾਂ ਕਾਹਦੀ ਗੱਲ ਕਰ ਰਹੇ ਹਾਂ? ਕਾਲਬੋਧਕ ਅੰਸ਼ ਦੀ, ਠੀਕ ਹੈ। ਤਾਂ ਕਾਲਬੋਧਕ ਅੰਸ਼ ਦੇ ਵਿੱਚ ਕੀ ਹੈ ਮਤਲਬ ਪ੍ਰੈਜੈਂਟ, ਠੀਕ ਹੈ। ਕਾਲ ਪਤਾ ਲੱਗ ਗਏ ਹੋਣਗੇ, ਹੁਣ ਤਾਂ ਕਲੀਅਰ ਹੋ ਗਏ ਹੋਣਗੇ ਸਾਰਿਆਂ ਨੂੰ। ਪ੍ਰੈਜੈਂਟ ਹੋ ਗਿਆ, ਆਪਣਾ ਪਾਸਟ ਹੋ ਗਿਆ, ਫਿਊਚਰ ਹੋ ਗਿਆ, ਇਹ ਕਾਲਾਂ ਦੀ ਗੱਲ ਕੀਤੀ ਗਈ ਇੱਥੇ। ਤਾਂ ਇੱਥੇ ਕਾਲਬੋਧਕ ਅੰਸ਼ ਕਿਹੜਾ ਹੈ, ਠੀਕ ਹੈ। ਤਾਂ ਆਪਣੇ ਉਹ ਕਿਰਿਆ ਕਿਹੜੀ ਆ ਗਈ? ਖੇਡ ਰਿਹਾ ਹੈ, ਠੀਕ ਹੈ। ਕਲੀਅਰ ਹੋ ਗਿਆ ਸਾਰੇ ਬੱਚਿਆਂ ਨੂੰ ਕਿ ਜਿਹੜਾ ਸਾਰੀਆਂ ਹੈਗੀਆਂ ਚੀਜ਼ਾਂ ਇਹ ਕੀ ਦੱਸਦੇ ਆ? ਕਾਲਬੋਧਕ ਅੰਸ਼ ਦੀ ਕਿਰਿਆ ਭੂਮਿਕਾ ਨਿਭਾਉਂਦੇ ਆ, ਜਿਹੜੇ ਕਿਰਿਆ ਦਾ ਕੀ ਹੈ, ਕਾਲ ਦੱਸਦੇ ਆ। ਤਾਂ ਨੈਕਸਟ ਆਪਣੇ ਕੋਲ ਕਾਲਬੋਧਕ ਅੰਸ਼ ਉਹ ਸ਼ਬਦ ਹਨ ਜਿਨ੍ਹਾਂ ਤੋਂ ਕਿਰਿਆ ਦੇ ਕਾਲ ਦਾ ਪਤਾ ਲੱਗਦਾ। ਇਹ ਤੁਹਾਨੂੰ ਮੈਂ ਪਹਿਲਾਂ ਦੱਸ ਹੀ ਚੁੱਕਿਆ, ਐਗਜ਼ਾਮਪਲ ਵੀ ਦੇਤੀ, ਫਿਰ ਵੀ ਤੁਸੀਂ ਐਗਜ਼ਾਮਪਲ ਅੱਗੋਂ ਦੇਖ ਲਓ ਕਿ ਸਾਡੀ ਜਮਾਤ ਦੇ ਬੱਚੇ ਖੇਡ ਰਹੇ ਹਨ, ਉਹ ਕਮਰੇ ਵਿੱਚ ਪੜ੍ਹ ਰਿਹਾ ਹੈ, ਉਹ ਸਕੂਲ ਤੋਂ ਸਿੱਧਾ ਕਰ ਰਿਹਾ। ਇਹਦੇ ਵਿੱਚ ਨਾ ਥੱਲੇ ਲਾਈਨ ਨਹੀਂ ਮਾਰੀ ਹੋਈ, ਇਹ ਤੁਹਾਡੇ ਵਾਸਤੇ ਕੁਐਸਚਨ ਹੈ। ਇਹਦੇ ਵਿੱਚ ਤੁਸੀਂ ਦੱਸਣਾ ਕਿਰਿਆ ਕਿਹੜੀ ਹੈ ਅਤੇ ਕਿਰਿਆ ਦਾ ਜਿਹੜਾ ਕਾਲਬੋਧਕ ਅੰਸ਼ ਕਿਹੜਾ। ਤਾਂ ਇਹਦੇ ਵਿੱਚ ਉਪਲਿਆਂ 'ਚ ਜਿਹੜਾ ਲਾਈਨ ਮਾਰੀ ਹੋਈ ਹੈ, ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹਨਾਂ ਵਾਕਾਂ ਵਿੱਚ ਜਿਹੜੇ ਲਕੀਰ ਕੀਤੇ ਹੋਏ ਸ਼ਬਦ ਹੈ ਉਹ ਕਿਰਿਆ ਰੂਪ ਹੈ। ਲਕੀਰ ਕੀਤੇ ਹੋਏ ਸ਼ਬਦ ਕਿਹੜੇ? ਕਿਰਿਆ ਰੂਪ, ਜਾਂ ਇਹਨਾਂ ਨੂੰ ਕਹਿ ਸਕਦੇ ਹਾਂ ਆਪਾਂ ਕਿਰਿਆ ਵਾਕਾਂਸ਼, ਠੀਕ ਹੈ। ਜੇ ਤੁਹਾਡੇ ਤੋਂ ਕੋਈ ਪੁੱਛਿਆ ਜਾਵੇ ਕਿ ਸਾਡੀ ਜਮਾਤ ਦੇ ਬੱਚੇ ਖੇਡ ਰਹੇ ਹੈ, ਤਾਂ ਥੱਲੇ ਆਪਸ਼ਨ ਆ ਜੇ ਕਿ ਇਹਨਾਂ ਵਿੱਚੋਂ ਕਿਰਿਆ ਵਾਕਾਂਸ਼ ਦੱਸੋ। ਥੱਲੇ ਆਪਸ਼ਨ ਆਉਣਗੀਆਂ ਸਾਡੀ ਜਮਾਤ, ਬੱਚੇ ਖੇਡ ਰਹੇ ਹਨ। ਚਾਰਾਂ ਆਪਸ਼ਨਾਂ 'ਚੋਂ ਆਪਣੀ ਰਾਈਟ ਆਊਗੀ ਬੱਚੇ ਖੇਡ ਰਹੇ, ਠੀਕ ਹੈ। ਇਹ ਕੀ ਹੈ? ਕਿਰਿਆ ਵਾਕਾਂਸ਼। ਜੇ ਪੁੱਛਿਆ ਜਾਵੇ ਕਿ ਆਪਣੇ ਕੋਲੇ ਕਾਲਬੋਧਕ ਸ਼ਬਦ ਕਿਹੜਾ, ਤਾਂ ਉਹ ਆਉਣਗੇ ਐਂਡ ਵਾਲੇ ਆਪਣੇ ਕੋਲੇ, ਹੈ, ਹਨ, ਸੀ, ਠੀਕ ਹੈ। ਕਲੀਅਰ ਹੈ। ਇਹਦਾ ਆਨਸਰ ਤੁਸੀਂ ਦੱਸ ਦੇਣਾ ਕਿ ਕੀ ਆਊਗਾ। ਆਈ ਥਿੰਕ ਕਲੀਅਰ ਹੋ ਗਿਆ ਹੋਣਾ। ਆਪਾਂ ਨਾਮ ਪੜਨਾਮ ਵੀ ਕਰ ਲਏ ਵਿੱਚ ਕਿਵੇਂ ਯੂਜ਼ ਕੀਤੇ ਜਾਂਦੇ ਆ, ਤਾਂ ਇਹਦੇ ਵਿੱਚ ਅੱਗੋਂ ਆਪਾਂ ਕਿਰਿਆ ਵੀ ਕਰ ਲਈ ਕਿਵੇਂ ਯੂਜ਼ ਕੀਤੀ ਜਾਂਦੀ ਹੈ। ਤਾਂ ਅੱਗੋਂ ਆਪਾਂ ਕਰਦੇ ਹਾਂ ਹੁਣ ਕਿਰਿਆ ਵਿਸ਼ੇਸ਼ਣ। ਆ ਥੋੜ੍ਹਾ ਜਿਹਾ ਧਿਆਨ ਦੇਣ ਵਾਲਾ ਟੋਪਿਕ ਹੈ, ਧਿਆਨ ਦੇ ਲਿਓ। ਇਹਦੇ ਵਿੱਚ ਕੀ ਆਊਗਾ ਆਪਣੇ ਕੋਲੇ? ਵੈਰੀ ਗੁੱਡ, ਜਿਹੜੇ ਬੱਚੇ ਨਾਲ ਨਾਲ ਜਵਾਬ ਵੀ ਦਿੰਦੇ, ਬੜਾ ਵਧੀਆ, ਮਤਲਬ ਲੱਗਦਾ ਉਹਨਾਂ ਦੀ ਤਿਆਰੀ ਵੀ ਹੁੰਦੀ ਹੈ। ਇਹਦੇ ਵਿੱਚ ਆਪਣੇ ਕੋਲ ਕੀ ਹੈ? ਜਿਵੇਂ ਨਾਂਵ ਜਾਂ ਪੜਨਾਂਵ ਸ਼ਬਦ ਦੀ ਵਿਸ਼ੇਸ਼ਤਾ ਦੱਸਣ ਵਾਲਾ ਸ਼ਬਦ ਕੀ ਕਹਾਉਂਦਾ? ਵਿਸ਼ੇਸ਼ਣ, ਠੀਕ ਹੈ। ਇੱਥੋਂ ਹੁਣ ਇਹ ਵੀ ਚੀਜ਼ ਆਪਾਂ ਨੂੰ ਪਹਿਲਾਂ ਵੀ ਕਲੀਅਰ ਕਰ ਲਈ ਸੀ ਕਿ ਜਿਹੜਾ ਨਾਂਵ ਅਤੇ ਪੜਨਾਂਵ ਸ਼ਬਦ ਦੀ ਵਿਸ਼ੇਸ਼ਤਾ ਦੱਸਦਾ ਉਹਨੂੰ ਕੀ ਕਹਿੰਦੇ ਆ? ਵਿਸ਼ੇਸ਼ਣ। ਪਰ ਜਿਹੜਾ ਕਿਰਿਆ ਦੀ ਵਿਸ਼ੇਸ਼ਤਾ ਦੱਸੇ ਉਹਨੂੰ ਕੀ ਕਹਿੰਦੇ ਆ? ਕਿਰਿਆ ਵਿਸ਼ੇਸ਼ਣ, ਠੀਕ ਹੈ। ਕਲੀਅਰ ਹੋ ਗਿਆ ਸਾਰਿਆਂ ਨੂੰ ਕਿ ਕਿਰਿਆ ਵਿਸ਼ੇਸ਼ਣ ਕੀ ਹੁੰਦਾ? ਜਿਵੇਂ ਕੋਈ ਕਿਰਿਆ ਹੋ ਰਹੀ ਹੈ, ਠੀਕ ਹੈ, ਖੇਡ ਰਿਹਾ ਹੈ, ਤਾਂ ਉਹਦੀ ਆਪਣੇ ਕੋਲੇ ਕੀ ਹੈ? ਉਹਦੀ ਵਿਸ਼ੇਸ਼ਤਾ ਕਿਵੇਂ ਦੱਸੀ ਜਾਊਗੀ? ਕਿ ਜਿਵੇਂ ਇੱਥੇ ਲਿਖਤੀ ਹੈ ਆਪਾਂ ਖੇਡ ਰਿਹਾ, ਤਾਂ ਇਹਦੀ ਵਿਸ਼ੇਸ਼ਤਾ ਕਿਵੇਂ ਦੱਸੀ ਜਾਊਗੀ? ਅੱਜ ਖੇਡ ਰਿਹਾ, ਕੱਲ੍ਹ ਖੇਡ ਰਿਹਾ ਸੀ, ਇਹ ਇਹਦੀ ਵਿਸ਼ੇਸ਼ਤਾ, ਠੀਕ ਹੈ। ਅੱਜ ਖੇਡ ਰਿਹਾ, ਕੱਲ੍ਹ ਖੇਡ ਰਿਹਾ ਸੀ, ਕੱਲ੍ਹ ਖੇਡੇਗਾ, ਅਤੇ ਇਹਦੀ ਕਿਰਿਆ ਦੀ ਜਿਹੜੀ ਵਿਸ਼ੇਸ਼ਤਾ ਦੱਸ ਰਿਹਾ ਹੈ। ਕਲੀਅਰ ਹੋ ਗਿਆ ਸਾਰੇ ਬੱਚਿਆਂ ਨੂੰ? ਚਲੋ ਆਪਾਂ ਅੱਗੇ ਵੀ ਐਗਜ਼ਾਮਪਲਸ ਕਰ ਲਾਂਗੇ, ਵੈਸੇ ਮੈਂ ਤੁਹਾਨੂੰ ਪਹਿਲਾਂ ਹੀ ਕਲੀਅਰ ਕਰਾਤਾ। ਤਾਂ ਇਹਦੇ ਵਿੱਚ ਕੀ ਆਪਣੇ ਕੋਲੇ ਉਵੇਂ ਕੀ ਹੈ? ਕਿਰਿਆ ਦੀ ਵਿਸ਼ੇਸ਼ਤਾ ਦੱਸਣ ਵਾਲੇ ਨੂੰ ਕੀ ਕਹਿੰਦੇ? ਕਿਰਿਆ ਵਿਸ਼ੇਸ਼ਣ। ਪਰ ਇਸ ਦੀ ਵਰਤੋਂ ਨਾਲ ਵਾਕ ਵਿੱਚ ਖਾਸ ਕਿਸਮ ਦਾ ਵਿਸਥਾਰ ਆਉਂਦਾ ਹੈ। ਜਿਹੜਾ ਇੱਕ ਤਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਜਦੋਂ ਵਿਸ਼ੇਸ਼ਣ ਦਾ ਆਪਾਂ ਗੱਲ ਕਰਦੇ ਸੀ, ਕਿਰਿਆ ਦੀ ਗੱਲ ਕਰਦੇ ਸੀ, ਉਹਦੇ ਨਾਲ ਵਿਸਥਾਰ ਆਉਂਦਾ ਸੀ, ਪਰ ਕਿਰਿਆ ਵਿਸ਼ੇਸ਼ਣ ਨਾਲ ਖਾਸ ਪ੍ਰਕਾਰ ਦਾ ਵਿਸਥਾਰ ਆਉਂਦਾ। ਕਿਹੜਾ ਹੁੰਦਾ ਉਹ? ਉਹਦੇ ਵਿੱਚ ਕੀ ਆ ਆਪਣੇ ਕੋਲੇ? ਆਮ ਤੌਰ 'ਤੇ ਕਿਰਿਆ ਵਿਸ਼ੇਸ਼ਣ ਸ਼ਬਦ ਕਿਰਿਆ ਸ਼ਬਦ ਤੋਂ ਪਹਿਲਾਂ ਆਉਂਦਾ। ਜਿਹੜਾ ਕਿਰਿਆ ਵਿਸ਼ੇਸ਼ਣ ਸ਼ਬਦ ਹੈ, ਆਮ ਤੌਰ 'ਤੇ ਜੇ ਪੁੱਛਿਆ ਜਾਵੇ ਕਿ ਕਿਰਿਆ ਤੋਂ ਕਿੱਥੇ ਆਉਂਦਾ, ਉਹ ਆਉਂਦਾ ਪਹਿਲਾਂ, ਠੀਕ ਹੈ। ਪਰ ਕਈ ਵਾਰ ਇਸ ਦਾ ਸਥਾਨ ਨਾਂਵ ਸ਼ਬਦ ਤੋਂ
ਪਹਿਲਾਂ ਜਾਂ ਵਾਕ ਵਿੱਚ ਕਿਸੇ ਵੀ ਜਗ੍ਹਾ 'ਤੇ ਹੋ ਸਕਦਾ। ਪਰ ਕਈ ਵਾਰੀ ਜੇ ਪੁੱਛਿਆ ਜਾਵੇ ਆਮ ਤੌਰ 'ਤੇ, ਮੈਂ ਤੁਹਾਨੂੰ ਵਾਰੀ ਇੱਕੋ ਕੰਸੈਪਟ 'ਤੇ ਫੋਕਸ ਕਰਾਉਣਾ ਹੁੰਦਾ ਕਿ ਜੇ ਕੁਐਸਚਨ ਦੇ ਵਿੱਚ ਪੁੱਛਿਆ ਜਾਵੇ ਆਮ ਤੌਰ 'ਤੇ ਤਾਂ ਕੀ ਲਿਖਾਂਗੇ ਆਪਾਂ, ਕਿਰਿਆ ਵਿਸ਼ੇਸ਼ਣ ਸ਼ਬਦ ਹੈ ਜਿਹੜਾ ਉਹ ਕਿਰਿਆ ਸ਼ਬਦ ਤੋਂ ਪਹਿਲਾਂ ਆਉਂਦਾ ਆਮ ਤੌਰ 'ਤੇ। ਠੀਕ ਹੈ, ਆਮ ਤੌਰ ਲਿਖਿਆ ਹੋਇਆ ਇੱਥੇ, ਆਮ ਤੌਰ 'ਤੇ ਨੋਰਮਲੀ ਯੂਜ਼ ਕੀਤਾ ਜਾਂਦਾ, ਜਿਹੜਾ ਸਿੰਪਲੀਫਾਈ ਆਪਾਂ ਕਹਿ ਲਈਏ ਜਿਹਨੂੰ। ਤਾਂ ਵੈਸੇ ਕੀ ਹੈ, ਵੈਸੇ ਆਪਾਂ ਇਹਨੂੰ ਨਾਮ ਤੋਂ ਪਹਿਲਾਂ ਵੀ ਯੂਜ਼ ਕਰ ਸਕਦੇ ਹਾਂ ਜਾਂ ਸੈਂਟੈਂਸ ਦੇ ਵਿੱਚ ਜਿੱਥੇ ਮਰਜ਼ੀ। ਕਿਵੇਂ ਉਹਦੀ ਐਗਜ਼ਾਮਪਲ ਦੇਖ ਲਓ, ਘੋੜਾ ਤੇਜ਼ ਦੌੜਦਾ ਹੈ, ਅੱਜ ਮੈਂ ਸ਼ਹਿਰ ਜਾ ਰਿਹਾ ਹਾਂ, ਉਹ ਹੌਲੀ ਹੌਲੀ ਤੁਰ ਰਿਹਾ ਹੈ। ਇਹਦੇ ਵਿੱਚ ਦੇਖੋ ਕੀ ਹੈ, ਉਪਰੋਕਤ ਵਾਕਾਂ ਵਿੱਚ ਜਿਹੜਾ ਤੇਜ਼ ਤੇ ਹੌਲੀ ਹੌਲੀ ਹੈ ਉਹ ਦੋ ਵਿਧੀਵਾਚਕ ਕਿਰਿਆ। ਠੀਕ ਹੈ, ਜਿਹੜੇ ਦੋ ਵਿਧੀਵਾਚਕ ਕਿਰਿਆ ਉਹ ਕਿਹੜੇ ਕਿਹੜੇ ਹੈ, ਤੇਜ਼ ਤੇ ਹੌਲੀ ਹੌਲੀ। ਤਾਂ ਨੈਕਸਟ ਆਪਣੇ ਕੋਲ ਕੀ ਹੈ, ਸ਼ਬਦਾਂ ਤੋਂ ਪਹਿਲਾਂ ਆਏ ਹਨ। ਠੀਕ ਹੈ, ਪਰ ਸਮਾਂ ਸੂਚਕ ਕਿਰਿਆ ਵਿਸ਼ੇਸ਼ਣ ਅੱਜ ਵਾਕ ਵਿੱਚ ਬਿਲਕੁਲ ਸ਼ੁਰੂ ਵਿੱਚ ਵਿਚਰ ਰਿਹਾ ਹੈ। ਇਹਦੇ ਵਿੱਚ ਦੇਖੋ ਕੀ ਹੈ, ਧਿਆਨ ਨਾਲ ਮੈਂ ਫਿਰ ਰਿਪੀਟ ਕਰ ਦੇਣਾ ਜਿਹੜੇ ਬੱਚਿਆਂ ਨੂੰ ਨਹੀਂ ਪਤਾ ਲੱਗਿਆ। ਜਿਹੜੇ ਉਪਰੋਕਤ ਵਾਕ ਗੱਲ ਕੀਤੀ ਆਪਾਂ, ਘੋੜਾ ਤੇਜ਼ ਦੌੜਦਾ ਹੈ, ਉਹ ਹੌਲੀ ਹੌਲੀ ਤੁਰ ਰਿਹਾ ਹੈ। ਠੀਕ ਹੈ, ਇਹਦੇ ਵਿੱਚ ਕੀ ਹੈ, ਤੇਜ਼ ਤੇ ਹੌਲੀ ਹੌਲੀ ਕੀ ਹੈ, ਦੋ ਵਿਧੀਵਾਚਕ ਕਿਰਿਆ ਵਿਸ਼ੇਸ਼ਣ ਕਿਰਿਆ ਸ਼ਬਦਾਂ ਤੋਂ ਪਹਿਲਾਂ ਆਏ ਹਨ। ਦੇਖੋ ਇਹਦੇ ਵਿੱਚ ਜਿਹੜੇ ਦੋ ਆਪਣੇ ਕੋਲੇ ਕੀ ਹੈ, ਦੋ ਵਿਧੀਵਾਚਕ ਕਿਰਿਆ ਵਿਸ਼ੇਸ਼ਣ। ਠੀਕ ਹੈ, ਉਹ ਕਿਰਿਆ ਸ਼ਬਦਾਂ ਤੋਂ ਪਹਿਲਾਂ ਆਏ ਹੈ। ਕਿਰਿਆ ਸ਼ਬਦ ਕਿਹੜਾ ਆਪਣੇ ਕੋਲੇ, ਹੁਣ ਦੇਖ ਲਓ, ਦੌੜਦਾ ਕੀ ਹੈ, ਕਿਰਿਆ, ਤੁਰ ਰਿਹਾ ਕੀ ਹੈ, ਕਿਰਿਆ ਕਰ ਰਿਹਾ। ਠੀਕ ਹੈ, ਪਰ ਇਹ ਕੀ ਹੈ, ਇਹਦੇ ਤੋਂ ਕਿਰਿਆ ਤੋਂ ਪਹਿਲਾਂ ਆਏ ਆ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਜਿਹੜੇ ਕਿਰਿਆ ਵਿਸ਼ੇਸ਼ਣ ਸ਼ਬਦ ਹੈ ਉਹ ਕਿਰਿਆ ਤੋਂ ਪਹਿਲਾਂ ਆਉਣਗੇ। ਠੀਕ ਹੈ, ਕਿਸੇ ਨੇ ਕਨਫਿਊਜ਼ ਨਹੀਂ ਹੋਣਾ ਇੱਥੇ। ਆਮ ਤੌਰ 'ਤੇ ਆਪਣੇ ਕੋਲ ਦੇਖ ਲਓ, ਇਹਦੇ ਵਿੱਚ ਕੀ ਹੈ, ਘੋੜਾ ਤੇਜ਼ ਦੌੜਦਾ ਹੈ, ਦੌੜਦਾ ਕੀ ਹੈ, ਕਿਰਿਆ ਕਰ ਰਿਹਾ, ਤੇਜ਼ ਕੀ ਹੈ, ਉਹਦੀ ਕਿਰਿਆ ਦੀ ਵੀ ਵਿਸ਼ੇਸ਼ਤਾ ਦੱਸ ਰਿਹਾ। ਕਲੀਅਰ ਹੋ ਗਿਆ ਸਾਰੇ ਬੱਚਿਆਂ ਨੂੰ। ਦੇਖੋ ਉਹਦੇ ਵਿੱਚ ਕੀ ਹੈ, ਉਹ ਹੌਲੀ ਹੌਲੀ ਤੁਰ ਰਿਹਾ ਕੀ ਹੈ, ਉਹ ਕਿਰਿਆ। ਠੀਕ ਹੈ, ਇਹਦੇ ਵਿੱਚ ਮੈਂ ਫਿਰ ਇੱਕ ਚੀਜ਼, ਨਿੱਕੀ ਚੀਜ਼ ਵੀ ਦੱਸ ਦਿੰਦਾ। ਮੰਨ ਲਓ ਪੂਰਾ ਆਪਣੇ ਕੋਲ ਸੈਂਟੈਂਸ ਹੈ, ਇਹਦੇ ਵਿੱਚ ਕੀ ਹੈ, ਤੁਰ ਰਿਹਾ, ਆਪਣੇ ਕੋਲ ਕੀ ਹੈ, ਕਿਰਿਆ ਕਰ ਰਿਹਾ। ਤਾਂ ਇਹਦੇ ਵਿੱਚ ਅੱਗੋਂ ਕੀ ਹੈ, ਹੌਲੀ ਹੌਲੀ ਕੀ ਹੈ, ਇਹ ਕਿਰਿਆ ਵਿਸ਼ੇਸ਼ਣ, ਕਿਰਿਆ ਦੀ ਵਿਸ਼ੇਸ਼ਤਾ ਦੱਸ ਰਿਹਾ ਹੈ। ਕੀ ਹੈ, ਜਿਹੜਾ ਆਪਾਂ ਹੁਣੇ ਕੀਤਾ ਸੀ ਵਾਕ ਬੋਧ, ਆਪਣੇ ਕੋਲ ਜਿਹੜਾ ਵਾਕ ਦਾ ਬੋਧ ਅੰਸ਼ ਹੈ। ਠੀਕ ਹੈ, ਜਿਹੜਾ ਬੋਧ ਅੰਸ਼ ਕੀਤਾ ਸੀ ਆਪਾਂ ਹੁਣੇ ਕੋਲ, ਮਤਲਬ ਪ੍ਰੈਜ਼ੈਂਟ ਹੈ, ਇਹ ਵੀ ਦੱਸ ਰਿਹਾ ਨਾਲ। ਜੇ ਪੁੱਛਿਆ ਜਾਵੇ ਆਪਣੇ ਕੋਲ ਕਿਰਿਆ ਵਾਕਾਂਸ਼ ਕਿਹੜਾ, ਤੁਰ ਰਿਹਾ। ਠੀਕ ਹੈ, ਇਹ ਚੀਜ਼ਾਂ ਦਾ ਧਿਆਨ ਰੱਖਣਾ। ਜੇ ਪੁੱਛਿਆ ਜਾਵੇ ਕਿਰਿਆ ਰੂਪ ਕਿਹੜਾ, ਉਹ ਵੀ ਤੁਰ ਰਿਹਾ। ਇੱਕ ਜਿਹੜਾ ਵਾਕ ਦੇ ਵਿੱਚ ਮੈਂ ਤੁਹਾਨੂੰ 5 ਤੋਂ 6 ਚੀਜ਼ਾਂ ਕਲੀਅਰ ਕਰਾਤੀਆਂ। ਹੁਣ ਕਿਸੇ ਬੱਚੇ ਨੂੰ ਕੋਈ ਵੀ ਕਨਫਿਊਜ਼ਨ ਨਹੀਂ ਹੋਣੀ ਚਾਹੀਦੀ। ਅੱਗੋਂ ਆਪਣੇ ਕੋਲ ਕੀ ਹੈ, ਦੇਖੋ, ਪਰ ਸਮਾਂ ਸੂਚਕ ਕਿਰਿਆ ਵਿਸ਼ੇਸ਼ਣ ਅੱਜ ਹੈ ਜਿਹੜਾ ਵਾਕ ਵਿੱਚ ਬਿਲਕੁਲ ਸ਼ੁਰੂ ਵਿੱਚ ਵਿਚਰਿਆ। ਜਿਵੇਂ ਆਪਾਂ ਹੁਣੇ ਗੱਲ ਕੀਤੀ ਸੀ ਕਿ ਜਿਹੜਾ ਨਾਮ ਤੋਂ ਪਹਿਲਾਂ ਵੀ ਕਈ ਵਾਰੀ ਆ ਜਾਂਦੇ ਆ, ਤਾਂ ਜਿਹੜਾ ਸਮਾਂ ਸੂਚਕ ਕੀ ਹੈ ਆਪਣੇ ਕੋਲ, ਸਮੇਂ ਦਾ ਜਿਹੜਾ ਦੱਸ ਰਿਹਾ ਉਹ, ਤਾਂ ਉਹ ਕੀ ਹੈ, ਅੱਜ। ਤਾਂ ਇਹ ਕੀ ਹੈ, ਵਾਕ ਦੇ ਜਮਾਂ ਸਟਾਰਟਿੰਗ 'ਤੇ ਆ ਗਿਆ। ਠੀਕ ਹੈ, ਪਰ ਆਮ ਤੌਰ 'ਤੇ ਆਪਾਂ ਹਮੇਸ਼ਾ ਲਿਖਣਾ ਕਿ ਕਿਰਿਆ ਤੋਂ ਆਪਣੇ ਕੀ ਹੈ, ਪਹਿਲਾਂ ਆਉਂਦਾ ਕਿਰਿਆ ਵਿਸ਼ੇਸ਼ਣ। ਨੈਕਸਟ ਹੈ, ਵਾਕ ਵਿੱਚ ਸੰਬੰਧਕ ਕਿਵੇਂ ਯੂਜ਼ ਕੀਤੇ ਜਾਂਦੇ ਆ। ਵਾਕ ਵਿੱਚ ਸੰਬੰਧਕ ਦੀ ਵਰਤੋਂ ਨਾਂਵ ਜਾਂ ਪੜਨਾਂਵ ਸ਼ਬਦਾਂ ਤੋਂ ਪਿੱਛੋਂ ਹੁੰਦੀ ਹੈ। ਦੇਖੋ ਇਹਦੇ ਵਿੱਚ ਵੀ MCQ ਬਣੂਗਾ। ਜੇ ਪੁੱਛਿਆ ਜਾਵੇ ਕਿ ਵਾਕ ਵਿੱਚ ਸੰਬੰਧਕ ਕਿੱਥੇ ਵਰਤੇ ਜਾਂਦੇ ਆ, ਤਾਂ ਉੱਥੇ ਆਨਸਰ ਆਊਗਾ ਆਪਣੇ ਕੋਲੇ ਨਾਂਵ ਜਾਂ ਪੜਨਾਂਵ ਸ਼ਬਦਾਂ ਤੋਂ ਪਿੱਛੋਂ। ਠੀਕ ਹੈ, ਤਾਂ ਅੱਗੋਂ ਕੀ ਆਪਣੇ ਕੋਲੇ ਇੰਨੀਆਂ ਐਗਜ਼ਾਮਪਲਾਂ ਹੈਗੀਆਂ। ਉਹ ਗੱਡੀ ਤੋਂ ਉਤਰਿਆ, ਉਹ ਕੀ ਆਪਣੇ ਕੋਲ ਪੜਨਾਂਵ। ਤਾਂ ਜਿਹੜਾ ਆਪਣੇ ਕੋਲ ਸੰਬੰਧਕ ਕੀ ਆਊਗਾ, ਉਹ ਮੈਂ ਤੁਹਾਨੂੰ ਉਹਨੇ ਦੱਸ ਦੇਣਾ ਕੀ ਆਊਗਾ, ਉਹ ਆਊਗਾ ਤੋਂ। ਠੀਕ ਹੈ, ਮਾਂ ਨੇ ਪੁੱਤ ਨੂੰ ਰੋਟੀ ਖਵਾਈ, ਤਾਂ ਆਪਣੇ ਕੋਲ ਕੀ ਹੈ, ਮਾਂ ਤੇ ਪੁੱਤ ਦੋਵੇਂ ਆਪਣੇ ਕੋਲ ਨਾਮ ਤੇ ਪੜਨਾਂਵ ਵਜੋਂ ਯੂਜ਼ ਕੀਤੇ ਗਏ ਆ। ਤਾਂ ਆਪਣੇ ਕੋਲ ਕੀ ਹੈ, ਅੱਗੋਂ ਨੂੰ ਆ ਗਿਆ। ਠੀਕ ਹੈ, ਨੂੰ ਕੀ ਆ ਗਿਆ, ਆਪਣੇ ਕੋਲੇ ਸੰਬੰਧ ਪੈਦਾ ਕਰ ਰਿਹਾ ਜਿਹੜਾ ਇਹਨਾਂ ਵਿੱਚ। ਦੇਖੋ ਅੱਗੇ ਵੀ ਲਿਖਿਆ ਹੋਇਆ, ਉਪਰੋਕਤ ਵਾਕਾਂ ਵਿੱਚ ਜਿਹੜਾ ਤੂੰ ਤੇ ਨੇ, ਤੂੰ ਤੇ ਨੂੰ ਸੰਬੰਧਕ ਨਾਂਵ ਜਾਂ ਪੜਨਾਂਵ ਸ਼ਬਦਾਂ ਪਿੱਛੇ ਆਏ ਹਨ। ਪਿੱਛੇ ਆਏ ਨਾ, ਇਹ ਪਹਿਲਾਂ ਤਾਂ ਨਹੀਂ ਆਏ। ਉਹ ਤੋਂ ਪਿੱਛੇ ਆਇਆ ਆਪਣੇ ਕੋਲ ਤੋਂ, ਤੇ ਮਾਂ ਤੇ ਪੁੱਤ ਤੋਂ ਨਾਂਵ ਤੋਂ ਪਿੱਛੇ ਆਇਆ ਨੂੰ। ਇਹ ਹਮੇਸ਼ਾ ਪਿੱਛੇ ਆਉਣਗੇ ਸੰਬੰਧਕ ਹੈ ਜਿਹੜੇ ਨਾਂਵ ਤੇ ਪੜਨਾਂਵ ਤੋਂ। ਇਹ ਕੁਐਸਚਨ ਪੱਕਾ ਪੁੱਛਿਆ ਜਾਊਗਾ। ਤਾਂ ਉਪਰੋਕਤ ਸੰਬੰਧਕ ਕਾਰਕੀ ਚਿੰਨ੍ਹ ਦੀ ਭੂਮਿਕਾ ਨਿਭਾਉਂਦੇ ਆ। ਜਿਹੜੇ ਕੀ ਹੈ, ਸੰਬੰਧਕ ਹੈ, ਠੀਕ ਹੈ, ਉਹ ਕਾਹਦੀ ਭੂਮਿਕਾ ਨਿਭਾਉਂਦੇ ਆ, ਕਾਰਕੀ ਚਿੰਨ੍ਹਾਂ ਦੀ। ਇਹ ਚੀਜ਼ਾਂ ਨੋਟ ਕਰਨ ਵਾਲੀਆਂ ਹੁੰਦੀਆਂ, ਨੋਟ ਕਰ ਲਿਆ ਕਰੋ। ਇਹ ਨਾ ਸੋਚਿਆ ਕਰੋ ਸਾਨੂੰ ਸਾਰਾ ਕੁਝ ਆਉਂਦਾ। ਕੁਛ ਕੁ ਚੀਜ਼ਾਂ ਹੁੰਦੀਆਂ ਹਮੇਸ਼ਾ ਆਪਾਂ ਸਾਈਕੋ ਦੇ ਵਿੱਚ ਕੀਤਾ ਹੋਇਆ ਕਿ ਜਿਹੜਾ ਸਿੱਖਣ ਪ੍ਰਕਿਰਿਆ ਉਹ ਜਨਮ ਤੋਂ ਸਟਾਰਟ ਹੋ ਜਾਂਦੀ ਹੈ ਅਤੇ ਮਰਨ ਤੱਕ ਚੱਲਦੀ ਰਹਿੰਦੀ ਹੈ। ਕਦੇ ਵੀ ਕੋਈ ਵੀ ਇਨਸਾਨ ਹੈ, ਠੀਕ ਹੈ, ਕੋਈ ਵੀ ਕਿਸੇ ਵੀ ਜਗ੍ਹਾ 'ਤੇ ਪਰਫੈਕਟ ਨਹੀਂ ਹੋ ਸਕਦਾ। ਭਾਵੇਂ ਦੀ ਉਹ ਕਿੰਨਾ ਮਰਜ਼ੀ ਵੱਡਾ ਲੈਕਚਰਰ ਹੀ ਕਿਉਂ ਨਾ ਹੋਵੇ, ਪ੍ਰੋਫੈਸਰ ਹੀ ਕਿਉਂ ਨਾ ਹੋਵੇ, ਉਹਨੂੰ ਕਿਤੇ ਨਾ ਕਿਤੇ ਉਹਨੂੰ ਫਿਰ ਵੀ ਕੁਛ ਨਵਾਂ ਸਿੱਖਣ ਨੂੰ ਹਮੇਸ਼ਾ ਮਿਲਦਾ। ਤੁਹਾਨੂੰ ਮੈਂ ਛੋਟੀ ਜਿਹੀ ਐਗਜ਼ਾਮਪਲ ਹੀ ਦੇ ਦਿੰਦਾ। ਜੇ ਤੁਹਾਡੇ ਕੋਲ 10-20 ਸੈਕਿੰਡ ਹੈਗੇ ਆ ਤਾਂ ਇੱਕ ਚੀਜ਼ ਵੇਖੋ। ਪਹਿਲਾਂ ਕੀ ਸੀਗਾ, ਮੰਨ ਕੇ ਚਲੋ 1993-94 ਦੇ ਵਿੱਚ ਬਿਲਕੁਲ ਹੀ ਟੈਕਨੋਲੋਜੀ ਦਾ ਜਿਹੜਾ ਕਹਿ ਲਓ ਕਿ ਉਭਾਰ ਨਹੀਂ ਹੋਇਆ ਸੀਗਾ। ਉਦੋਂ ਵੀ ਬੱਚੇ ਪੜ੍ਹਦੇ ਸੀਗੇ, ਉਹਨਾਂ ਦੀ ਭਾਸ਼ਾ, ਉਹਨਾਂ ਦੀ ਮਤਲਬ ਪੜ੍ਹਾਈ, ਠੀਕ ਹੈ, ਅਤੇ 2020 ਵਾਲੇ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਜਿਹੜੇ 1993 ਦੇ ਵਿੱਚ ਟੀਚਰ ਸੀ ਉਹ 2020 ਦੇ ਬੱਚਿਆਂ ਦੇ ਬਰਾਬਰ ਕਹਿ ਸਕਦੇ ਹਾਂ ਆਪਾਂ ਉਹਨਾਂ ਨੂੰ, ਉਹਨਾਂ ਦੀ ਜਿਹੜੀ ਨੌਲੇਜ ਹੈ, ਠੀਕ ਹੈ। ਰੀਜ਼ਨ ਇਹ ਹੈ ਕਿਉਂਕਿ ਜਿਹੜੀਆਂ ਹੁਣ ਪੜ੍ਹਾਈਆਂ ਟਫ ਹੋ ਚੁੱਕੀਆਂ, ਐਗਜ਼ਾਮਸ ਟਫ ਹੋ ਚੁੱਕੇ ਆ,
ਹਰ ਇੱਕ ਚੀਜ਼ ਨੂੰ ਜਿਹੜਾ ਕਲੀਅਰ ਹੀ ਪੁਆਇੰਟ ਆਫ ਵਿਊ ਤੋਂ ਵੇਖਿਆ ਜਾਂਦਾ ਕਿ ਕਿਵੇਂ ਇਹਨਾਂ ਨੂੰ ਬੱਚਿਆਂ ਨੂੰ ਆਪਾਂ ਸੀਕੁਐਂਸ ਵਾਈਜ਼ ਸਾਰਿਆਂ ਨੂੰ ਜੋਬਸ ਦੇਣੀਆਂ, ਕਿਵੇਂ ਇਹਨਾਂ ਨੂੰ ਮੈਨੇਜ ਕਰਨਾ ਹੈ, ਕਿਵੇਂ ਸੀਕੁਐਂਸ ਵਾਈਜ਼ ਰੱਖਣਾ ਹੈ, ਠੀਕ ਹੈ। ਇਹ ਚੀਜ਼ਾਂ ਵੇਖੀਆਂ ਜਾਂਦੀਆਂ। ਪਹਿਲਾਂ ਕੀ ਹੁੰਦਾ ਸੀ, ਇਹ ਚੀਜ਼ਾਂ ਨਹੀਂ ਵੇਖੀਆਂ ਜਾਂਦੀਆਂ ਸੀ। ਰੀਜ਼ਨ ਕੀ ਸੀ? ਸਭ ਤੋਂ ਵੱਡਾ ਰੀਜ਼ਨ ਸੀ ਪੋਪੂਲੇਸ਼ਨ ਅਤੇ ਅਨਪੜ੍ਹਤਾ, ਠੀਕ ਹੈ। ਇਹ ਚੀਜ਼ਾਂ ਤੋਂ ਆਪਾਂ ਬਸ ਮੇਰਾ ਐਗਜ਼ਾਮਪਲ ਦੇਣ ਦਾ ਮਤਲਬ ਇਹੀ ਸੀ ਕਿ ਹਮੇਸ਼ਾ ਆਪਾਂ ਨੂੰ ਕੀ ਹੈ, ਸਿੱਖਦੇ ਰਹਿਣਾ ਚਾਹੀਦਾ। ਕਦੇ ਇਹ ਨਾ ਸੋਚਿਆ ਕਰੋ ਕਿ ਸਾਨੂੰ ਸਾਰਾ ਕੁਛ ਆਉਂਦਾ। ਨੈਕਸਟ ਹੈ ਵਾਕ ਵਿੱਚ ਯੋਜਕ। ਯੋਜਕ ਕਿਵੇਂ ਵਰਤੇ ਜਾਂਦੇ? ਯੋਜਕ ਸ਼ਬਦ ਹੈ ਜਿਹੜੇ ਵਾਕ ਵਿੱਚ ਆਏ ਦੋ ਵਾਕਾਂਸ਼ ਜਾਂ ਦੋ ਉਪਵਾਕਾਂ ਨੂੰ ਜੋੜਦੇ ਆ। ਤਾਂ ਇੱਥੇ ਪੁੱਛਿਆ ਜਾ ਸਕਦਾ ਕਿ ਦੋ ਵਾਕਾਂਸ਼ਾਂ ਨੂੰ ਕੌਣ ਜੋੜਦਾ ਵਾਕ ਵਿੱਚ? ਉਹ ਆਊਗਾ ਆਨਸਰ ਆਪਣੇ ਕੋਲੇ ਯੋਜਕ, ਠੀਕ ਹੈ। ਵੈਰੀ ਗੁੱਡ। ਜਿਹੜੇ ਬੱਚਿਆਂ ਨੇ ਕਈ ਵਾਰ ਆਨਸਰ ਵੀ ਦਿੰਦੇ ਰਹਿੰਦੇ ਆ ਨਾਲ, ਆਈ ਨੋ ਕਿ ਬੱਚੇ ਪੜ੍ਹਨ ਤੋਂ ਪਹਿਲਾਂ ਹੀ ਆਨਸਰ ਦੇ ਦਿੰਦੇ ਆ, ਵੈਰੀ ਗੁੱਡ। ਇਸ ਲਈ ਆਮ ਤੌਰ 'ਤੇ ਯੋਜਕ ਸ਼ਬਦ ਆ ਜਿਹੜੇ ਉਹ ਜੋੜੇ ਜਾਣ ਵਾਲੇ ਵਾਕਾਂਸ਼ ਜਾਂ ਵਾਕਾਂ ਦੇ ਵਿਚਕਾਰ ਆਉਂਦੇ ਆ। ਜਦੋਂ ਇੱਕ ਚੀਜ਼ ਦਾ ਯਾਦ ਰੱਖਿਓ ਕਿ ਇਹ ਪੁੱਛਿਆ ਜਾ ਸਕਦਾ ਕਿ ਦੋ ਵਾਕਾਂਸ਼ਾਂ ਨੂੰ ਜੋੜਨ ਵੇਲੇ ਯੋਜਕ ਕਿੱਥੇ ਆਉਂਦੇ ਆ? ਪਹਿਲਾਂ, ਬਾਅਦ ਵਿੱਚ, ਵਿਚਕਾਰ। ਤਾਂ ਆਨਸਰ ਆਊਗਾ ਵਿਚਕਾਰ। ਤੁਹਾਨੂੰ 2 MCQ ਦਾ ਮੈਂ ਦੱਸ ਹੀ ਚੁੱਕਿਆ। ਨੈਕਸਟ ਇਹਦੇ ਐਗਜ਼ਾਮਪਲ ਵੀ ਦੇਖ ਲਓ। ਸੋਹਨ ਤੇ ਮੋਹਨ ਸਕੂਲ ਜਾ ਰਹੇ ਆ, ਤੇ ਕੀ ਆ ਗਿਆ? ਮੁੰਡੇ ਖੇਡ ਰਹੇ ਆ ਪਰ ਕੁੜੀਆਂ ਪੜ੍ਹ ਰਹੀਆਂ, ਪਰ ਕੀ ਆ ਗਿਆ? ਇਹ ਆਪਣੇ ਕੋਲ ਆ ਗਏ ਯੋਜਕ, ਠੀਕ ਹੈ। ਆਈ ਥਿੰਕ ਨਿੱਕੀਆਂ ਚੀਜ਼ਾਂ ਕਲੀਅਰ ਕਰਕੇ ਤੁਹਾਨੂੰ ਜਿਹੜੀ ਪੰਜਾਬੀ ਪੂਰੀ ਸਟਰੋਂਗ ਹੋ ਜਾਊਗੀ ਤੁਹਾਡੀ। ਨੈਕਸਟ ਹੈ ਆਪਣੇ ਕੋਲੇ ਪਹਿਲੇ ਵਾਕ ਵਿੱਚ ਕੀ ਹੈ? ਤੇ ਯੋਜਕ ਦੋ ਵਾਕਾਂਸ਼ਾਂ ਨੂੰ ਜੋੜ ਰਿਹਾ, ਤੇ ਜਿਹੜੇ ਦੂਸਰੇ ਵਾਕ ਵਿੱਚ ਕੀ ਹੈ? ਵੱਖਰੇ ਉਪਵਾਕ ਹੈ, ਠੀਕ ਹੈ। ਤਾਂ ਇਹਨਾਂ ਨੂੰ ਕੌਣ ਜੋੜ ਰਿਹਾ? ਪਰ, ਠੀਕ ਹੈ। ਆ ਆਪਣੇ ਕੋਲੇ ਕੀ ਹੈ? ਜਿਹੜੇ ਵਾਕਾਂਸ਼ ਹੈ ਤੇ ਥੱਲੇ ਕੀ ਹੈ? ਉਪਵਾਕ ਹੈਗੇ ਆ। ਉਪਵਾਕ ਤੇ ਵਾਕਾਂਸ਼ ਵੀ ਕਲੀਅਰ ਹੋ ਗਏ ਹੋਣੇ ਤੁਹਾਨੂੰ, ਤੇ ਇਹਨਾਂ ਨੂੰ ਜੋੜ ਰਿਹਾ। ਨੈਕਸਟ ਕਹਿ ਲਓ ਆਪਣਾ ਸੰਯੁਕਤ ਵਾਕ ਦੀ ਸਿਰਜਣਾ ਕਰ ਰਹੀ ਹੈ ਕੌਣ? ਯੋਜਕ। ਨੈਕਸਟ ਆਪਣੇ ਕੋਲੇ ਵਾਕ ਵਿੱਚ ਵਿਸਮਿਕ। ਲਾਸਟ ਹੀ ਹੈ ਬਸ। ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਸੀ ਸਮਝਾਊਂਗਾ, ਵਧੀਆ ਕੁਆਲਿਟੀ ਕੰਟੈਂਟ ਦਿਆ ਕਰਾਂਗੇ। ਇਹ ਨਹੀਂ ਕਿ ਤੁਹਾਨੂੰ ਸਾਰਾ ਖਲਾਰਾ ਇੱਕ ਵੀਡੀਓ 'ਚ ਇਕੱਠਾ ਕਰਤਾ ਤੇ ਤੁਹਾਨੂੰ ਬੱਚਿਆਂ ਨੂੰ ਸਮਝ ਹੀ ਨਹੀਂ ਆਈ ਕਿ ਸਰ ਕੀ ਕਰਾ ਕੇ ਸਾਨੂੰ। ਵਧੀਆ ਢੰਗ ਨਾਲ ਕਰਾਵਾਂਗੇ, ਪਰ ਕੀ ਹੈ, ਇੱਕ ਚੀਜ਼ ਕਲੀਅਰ ਕਰਾਵਾਂਗੇ। ਵਾਕ ਵਿੱਚ ਵਿਸਮਿਕ। ਵਿਸਮਿਕ ਸ਼ਬਦ ਹੈ ਜਿਹੜੇ ਆਮ ਤੌਰ 'ਤੇ ਵਾਕ ਦੇ ਆਰੰਭ ਵਿੱਚ ਹੀ ਆਉਂਦਾ। ਜੇ ਪੁੱਛਿਆ ਜਾਵੇ ਕਿ ਵਿਸਮਿਕ ਸ਼ਬਦ ਹੈ ਜਿਹੜਾ ਆਮ ਤੌਰ 'ਤੇ ਵਾਕ ਦੇ ਕਿੱਥੇ ਆਉਂਦਾ, ਤਾਂ ਉਹ ਆਰੰਭ ਵਿੱਚ। ਜਿਵੇਂ ਉਲਾਸ ਪੈਦਾ ਕਰਨਾ, ਖੁਸ਼ੀ, ਗਮੀ, ਠੀਕ ਹੈ। ਜਿਵੇਂ ਕਹਿ ਦਿੰਦੇ ਪੰਜਾਬੀ ਤੋਂ ਹਾਏ ਵੀ ਆਪਣੇ ਸਟਾਰਟਿੰਗ 'ਚ ਆ ਗਿਆ। ਵਿਸਮਿਕ ਸ਼ਬਦ ਦਾ ਜਿਹੜਾ ਬਾਕੀ ਵਾਕ ਦੇ ਸ਼ਬਦਾਂ ਨਾਲ ਕੋਈ ਲੈਣ ਦੇਣ ਨਹੀਂ ਹੁੰਦਾ। ਇਹ ਵੀ ਆਪਾਂ ਪਹਿਲਾਂ ਕੀਤਾ ਹੋਇਆ, ਤੁਹਾਨੂੰ ਕਰਾਇਆ ਹੋਇਆ ਮੈਂ। ਤਾਂ ਇਹਦੇ ਵਿੱਚ ਕੀ ਹੈ? ਇਸ ਦੀ ਵਰਤੋਂ ਵਾਕ ਦੇ ਅਖੀਰ ਵਿੱਚ ਕੌਣ ਕਰ ਲੈਂਦਾ? ਕਈ ਵਾਰੀ ਬੋਲਣ ਵਾਲਾ ਜਿਹੜਾ ਵਾਕ ਦੇ ਐਂਡ 'ਤੇ ਵੀ ਕਰ ਲੈਂਦਾ। ਕਿਵੇਂ? ਤੁਹਾਨੂੰ ਮੈਂ ਐਗਜ਼ਾਮਪਲ ਵੀ ਦੇ ਦਿੰਦਾ। ਤੂੰ ਪਾਸ ਹੋ ਗਿਆ, ਸੱਚੀ ਓਏ। ਜਿਹੜਾ ਆਪਾਂ ਕਹਿ ਦਿੰਦੇ ਹਾਂ ਸੱਚੀ ਓਏ ਜਾਂ ਇਕੱਲਾ ਓਏ, ਉਹ ਵਿਸਮਿਕ ਦੇ ਵਿੱਚ ਐਡ ਹੋ ਜਾਂਦਾ। ਉਹ ਆਪਾਂ ਕੀ ਹੈ, ਗੱਲਬਾਤ ਕਰਨ ਵੇਲੇ ਉਹਨੂੰ ਐਂਡ 'ਤੇ ਵੀ ਯੂਜ਼ ਕਰ ਸਕਦੇ ਹਾਂ। ਕਲੀਅਰ ਹੋ ਗਿਆ ਜਿਹੜਾ ਉਹ ਕਹਿਣਾ ਚਾਹ ਰਹੇ ਹਾਂ ਅਸੀਂ ਕਿ ਜਿਹੜਾ ਵਿਸਮਿਕ ਵੈਸੇ ਆਮ ਤੌਰ 'ਤੇ ਪਹਿਲਾਂ ਯੂਜ਼ ਹੁੰਦਾ, ਪਰ ਜਿਹੜਾ ਬੋਲਣ ਵਾਲਾ, ਜਿਵੇਂ ਮੈਂ ਬੋਲ ਰਿਹਾ ਕਿ ਤੂੰ ਸੱਚੀ ਪਾਸ ਹੋ ਗਿਆ ਓਏ, ਜਿਵੇਂ ਮਤਲਬ ਅਚਾਨਕ ਜਿਹੜਾ ਸ਼ੌਕਿੰਗ ਕਹਿ ਲਓ, ਜਿਵੇਂ ਮੈਨੂੰ ਸ਼ੌਕ ਲੱਗਿਆ ਇੱਕਦਮ ਕਿ ਮੈਨੂੰ ਉਮੀਦ ਨਹੀਂ ਸੀ ਕਿ ਉਹ ਪਾਸ ਹੋ ਜਾਊਗਾ, ਤਾਂ ਮੈਨੂੰ ਸੱਚੀ ਕਹਿਤਾ ਕਿ ਤੂੰ ਸੱਚੀ ਪਾਸ ਹੋ ਗਿਆ ਹੈ, ਤਾਂ ਓਏ ਹੁੰਦਾ ਕੀ ਹੋ ਗਿਆ? ਵਿਸਮਿਕ ਹੋ ਗਿਆ, ਪਰ ਉਹ ਐਂਡ 'ਤੇ ਯੂਜ਼ ਹੋਇਆ, ਠੀਕ ਹੈ। ਨੈਕਸਟ ਹੈ ਵਾਹ ਕਿੰਨਾ ਸੋਹਣਾ ਦ੍ਰਿਸ਼ ਹੈ। ਵਾਹ ਆਪਣੇ ਕੋਲ ਵਿਸਮਿਕ ਆ ਗਿਆ। ਕਿਹਾ ਸੋਹਣਾ ਸੁੰਦਰ ਦ੍ਰਿਸ਼ ਹੈ। ਆਪਣੀ ਜਿਹੜੀ ਦੂਜੀ ਲੈਂਗੁਏਜ ਦੇ ਵਿੱਚ ਆਪਾਂ ਯੂਜ਼ ਕਰ ਸਕਦੇ ਹਾਂ ਇਹਨੂੰ। ਤਾਂ ਕਲੀਅਰ ਹੋ ਗਿਆ ਹੋਣਾ ਸਾਰੇ ਬੱਚਿਆਂ ਨੂੰ। ਆਈ ਥਿੰਕ ਜਿਹੜੀ ਮੇਰੀ ਕੋਸ਼ਿਸ਼ ਬੇਕਾਰ ਨਹੀਂ ਗਈ ਹੋਣੀ ਹੁਣ ਕਿ ਤੁਹਾਨੂੰ ਸਮਝਾਉਣ ਪਿੱਛੇ, ਕਿ ਤੁਹਾਨੂੰ ਸਾਰਿਆਂ ਨੂੰ ਸਮਝ ਲੱਗ ਗਿਆ ਹੋਣਾ। ਤਾਂ ਡੇਲੀ ਕਲਾਸ ਕਿਵੇਂ ਲੱਗਦੀ ਹੈ ਪੰਜਾਬੀ ਦੀ ਜ਼ਰੂਰ ਦੱਸਿਆ ਕਰੋ। ਇੱਕ ਜ਼ਰੂਰ ਕੰਮ ਕਰ ਜਾਇਆ ਕਰੋ। ਜੇ ਪਸੰਦ ਆਉਂਦੀ ਹੈ ਕਲਾਸ ਤਾਂ ਹਾਇਰ ਹੀ ਜ਼ਰੂਰ ਲਵਾ ਜਾਇਆ ਕਰੋ ਲਾਈਕ ਕਰਕੇ, ਕਿ ਪਤਾ ਲੱਗ ਸਕੇ ਕਿ ਕਿੰਨੇ ਬੱਚਿਆਂ ਨੂੰ ਕਲਾਸ ਪਸੰਦ ਆਈ ਹੈ ਅਤੇ ਕਿੰਨੇ ਬੱਚਿਆਂ ਨੇ ਪ੍ਰੋਪਰ ਵੇ ਨਾਲ ਸਮਝਿਆ, ਠੀਕ ਹੈ। ਲਾਈਕ ਕਰਨ ਦਾ ਮਤਲਬ ਇਹੀ ਹੈ ਕਿ ਸਾਨੂੰ ਵੀ ਮੋਟੀਵੇਸ਼ਨ ਮਿਲ ਜੂਗਾ। ਕਮੈਂਟ ਕਰ ਦਿਆ ਕਰੋ ਕਿ ਸਰ ਕੁਛ ਸਾਨੂੰ ਨਵਾਂ ਸਿੱਖਣ ਨੂੰ ਮਿਲਿਆ। ਬਹੁਤ ਬਹੁਤ ਸ਼ੁਕਰੀਆ। ਕੱਲ੍ਹ ਆਪਾਂ ਮਿਲਾਂਗੇ। ਕੱਲ੍ਹ ਵਾਲਾ ਟੌਪਿਕ ਵੀ ਇੰਨੇ ਕੁ ਮਿੰਟਾਂ ਦਾ ਹੋਊਗਾ, ਪਰ ਉਹਦੇ ਵਿੱਚ ਕੱਲ੍ਹ ਵਾਲਾ ਟੌਪਿਕ ਮੈਂ ਤੁਹਾਨੂੰ ਹੁਣੇ ਦੱਸ ਦੇਣਾ ਕਿਹੜਾ ਹੋਊਗਾ, ਕਿ ਵਾਕਾਂ ਵਿੱਚ ਜਿਹੜੇ ਵਾਕਾਂਸ਼ ਅਤੇ ਉਪਵਾਕ ਕਿਵੇਂ ਯੂਜ਼ ਕੀਤੇ ਜਾਂਦੇ ਆ ਅਤੇ ਕੀ ਉਹਨਾਂ ਦੀ ਭੂਮਿਕਾ। ਇਹ ਸਾਰਾ ਆਪਾਂ ਡਿਟੇਲ ਦੇ ਵਿੱਚ ਕਵਰ ਕਰਾਂਗੇ। ਜਿਹੜੇ ਬੱਚਾ ਨਹੀਂ ਆਉਂਦਾ ਤਾਂ ਕੱਲ੍ਹ ਦਾ ਟੌਪਿਕ ਵੀ ਜ਼ਰੂਰ ਸੁਣ ਲਿਓ। ਤਾਂ ਪਰਸੋਂ ਆਪਾਂ ਲਵਾਂਗੇ ਟੈਸਟ ਵਾਕ ਬੋਧ ਦਾ, ਸਾਰੇ ਦਾ 4 ਪਾਰਟਸ ਦਾ ਟੈਸਟ ਹੋਊਗਾ ਪਰਸੋਂ। ਅਤੇ ਜਿਨ੍ਹਾਂ ਨੇ ਇਹ ਸੁਣੇ ਤਾਂ ਉਹਨਾਂ ਨੂੰ ਟੈਸਟ ਦੇਣ ਦਾ ਮਜ਼ਾ ਵੀ ਆਊਗਾ, ਕਲੀਅਰ ਵੀ ਹੋਣਗੇ ਉਹਨਾਂ ਦੇ ਕੰਸੈਪਟ। ਤਾਂ ਮਿਲਦੇ ਹਾਂ ਆਪਾਂ ਕੱਲ੍ਹ ਫਿਰ ਇਸੇ ਟਾਈਮ 7 ਵਜੇ ਨਵੀਂ ਵੀਡੀਓ ਦੇ ਨਾਲ। ਬਹੁਤ ਬਹੁਤ ਸ਼ੁਕਰੀਆ ਆਪਦਾ ਕੀਮਤੀ ਸਮੇਂ ਦੇਣ ਵਾਸਤੇ।